अमर है, अमर है। कौमी शहीद दीप सिद्धू अमर है, अमर है। कौमी शहीद दीप सिद्धू अमर है, अमर है। कौमी शहीद सिद्धू अमर है, अमर है। राज करेगा, खालसा, राज करेगा, खालसा, राज करेगा। खालसा। देश देश फतेह, देश देश फतेह। कौमी शहीद दीप सिद्धू अमर है, अमर है। कौमी शहीद दीप सिद्धू अमर है, अमर है। कौमी शहीद दीप सिद्धू अमर है, अमर है। कौमी शहीद दीप सिद्धू खालसा, खालसा, खालसा। अमर है, अमर है। अमर है, अमर है। अमर है, अमर है। कौमी शहीद दीप सिद्धू अमर है, अमर है। कौमी शहीद दीप सिद्धू अमर है, अमर है। राज करेगा, खालसा, राज करेगा। खालसा। देश देश फतेह। ये धूल के निशान रहे, पंत महाराज के, धूल के निशान रहे, पंत महाराज के। धूल के निशान रहे। देश देश मस्ती जीवन, मस्ती जीवन, मस्ती जीवन। मस्ती अमर है, अमर है। ਦਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਰਜੀਤ ਸਿੰਘ ਖਾਲਸਾ ਜੀ। ਅਸੀਂ ਸਾਰੇ ਹੀ ਵੀਰ ਸਾਰੇ ਹੀ ਇਕੱਠੇ ਹੀ ਆ, ਮਤਲਬ ਸਪੈਸ਼ਲ ਨਾਮ ਨਹੀਂ ਆ ਕਿਸੇ ਦਾ, ਬਾਕੀ ਸਾਰੇ ਵਾਹਿਗੁਰੂ ਦੀ ਕਿਰਪਾ। ਕਹਿਣਾ ਇਹੀ ਚਾਹਾਂਗੇ ਕਿ ਜੋ ਕੁਝ ਵੀ ਹੋਇਆ, ਜੋ ਭਾਣਾ ਵਾਪਰਿਆ, ਉਸ ਅਕਾਲ ਪੁਰਖ ਦੀ ਚਲੋ ਭਾਣਾ ਹੀ ਕਹਿ ਸਕਦੇ ਰਜਾ ਦੇ ਵਿੱਚ, ਪਰ ਹੈ ਤਾਂ ਕੋਈ ਡੂੰਘੀ ਸਾਜ਼ਿਸ਼। ਪਰ ਜੋ ਵੀਰ ਸੀ, ਜੋ ਦੀ ਵੀਰ ਦੀ ਸੋਚ ਸੀ, ਕਿਉਂਕਿ ਜਦੋਂ ਤੋਂ ਵੀਰ ਨੇ ਸ਼ੰਭੂ ਮੋਰਚਾ ਸ਼ੁਰੂ ਕੀਤਾ ਸੀ ਉਦੋਂ ਤੋਂ ਵੀਰ ਦੀਆਂ ਵਿਚਾਰਾਂ ਸੁਣਦੇ ਆ ਰਹੇ ਹਾਂ, ਉਹਦੀਆਂ ਸਪੀਚਾਂ ਵੀ ਸੁਣੀਆਂ ਨੇ। ਪਰ ਅੱਜ ਕਿਤੇ ਨਾ ਕਿਤੇ ਦਰਦ ਆ ਕਿ ਵੀਰ ਨੇ ਇਕੱਲੀ ਸਿੱਖ ਕੌਮ ਦੀ ਗੱਲ ਨਹੀਂ ਕੀਤੀ ਸੀ, ਸਮੁੱਚੇ ਪੰਜਾਬ ਦੀ ਗੱਲ ਕਰਦਾ ਸੀ। ਔਰ ਪੰਜਾਬ ਦੇ ਵਿੱਚ ਇਕੱਲੇ ਸਿੱਖ ਨਹੀਂ ਆ, ਪੰਜਾਬ ਸੂਬੇ ਦੇ ਵਿੱਚ ਹਿੰਦੂ ਵੀ ਆ, ਮੁਸਲਮਾਨ ਵੀ ਆ, ਈਸਾਈ, ਜੈਨੀ, ਬੋਧੀ, ਹਰ ਧਰਮ ਦੇ ਲੋਕ ਰਹਿੰਦੇ ਨੇ। ਔਰ ਵੀਰ ਦੀਪ ਸਿੱਧੂ ਨੇ ਪੰਜਾਬੀ ਸੂਬੇ ਦੀ ਗੱਲ ਕੀਤੀ ਆ, ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਆ, ਪੰਜਾਬ ਦੇ ਅਧਿਕਾਰਾਂ ਦੀ ਗੱਲ ਕੀਤੀ ਆ। ਪਰ ਇਹ ਕਿਤੇ ਨਾ ਕਿਤੇ ਪੰਜਾਬ ਦਾ ਦੁਖਾਂਤ ਆ ਜਾਂ ਮੇਰੀ ਕੌਮ ਦਾ ਦੁਖਾਂਤ ਆ ਕਿ ਅਸੀਂ ਉਸ ਵੀਰ ਦਾ ਸਾਥ ਨਹੀਂ ਦੇ ਸਕੇ। ਉਹ ਵੀਰ ਪਰ ਆਪਣੀ ਸੋਚ ਤੇ ਪਹਿਰਾ ਦਿੰਦਾ ਹੋਇਆ ਆਖਰ ਨੂੰ ਬੇਦਾਗ ਇਸ ਦੁਨੀਆ ਤੋਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜਿਆ। ਘਾਟਾ ਤਾਂ ਕਹਿ ਸਕਦੇ ਹੋ ਕਿ ਬਹੁਤ ਵੱਡਾ, ਜਿਹੜਾ ਕਦੀ ਪੂਰਾ ਨਹੀਂ ਹੋ ਸਕਦਾ। ਪਰ ਹਾਂ, ਘਾਟਾ ਵੀ ਕਹਿ ਸਕਦੇ ਹੋ, ਪਰ ਦੂਸਰਾ ਪੱਖ ਇਹ ਵੀ ਆ ਕਿ ਜਿਹੜੀ ਚਿੰਨ੍ਹ ਜਗਾ ਗਿਆ ਵੀਰ ਦੀਪ ਸਿੰਘ ਸਿੱਧੂ, ਜਿਹੜਾ ਦੀਪ ਜਗਾ ਗਿਆ, ਉਹਦਾ ਨਾਮ ਵੀ ਬੜਾ ਪਵਿੱਤਰ ਸੀ। ਨਾਮ ਤਾਂ ਵੈਸੇ ਸੰਦੀਪ ਸਿੰਘ ਸਿੱਧੂ ਆ, ਪਰ ਦੀਪ ਕਰਕੇ ਮਸ਼ਹੂਰ ਆ। ਉਹਦਾ ਨਾਮ ਜਿੱਦਾਂ ਦੀਪ, ਦੀਪਕ ਦੀ ਤਰ੍ਹਾਂ ਆ। ਉਹ ਜਿਹੜਾ ਦੀਪ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਜਗਾ ਗਿਆ, ਉਮੀਦ ਕਰਦੇ ਹਾਂ ਕਿ ਸਤਿਗੁਰੂ ਕਿਰਪਾ ਕਰੇ ਕਿ ਉਹ ਦੀਪ ਸਦਾ ਵਾਸਤੇ ਜਗਦਾ ਰਹੇ ਤੇ ਨੌਜਵਾਨ ਵੀਰ ਉਹਦੀ ਸੋਚ ਤੇ ਪਹਿਰਾ ਦਿੰਦੇ ਹੋਏ ਆਪਣੇ ਹੱਕਾਂ ਦੀ ਖਾਤਰ ਆਪਣੀ ਹੱਕਾਂ ਦੀ ਲੜਾਈ ਲੜ ਸਕਣ ਤੇ ਸਾਡੀ ਕੌਮ ਨੂੰ, ਇਸ ਸਮੁੱਚੇ ਪੰਜਾਬ ਨੂੰ ਆਜ਼ਾਦੀ ਦਿਲਾ ਸਕਣ। ਸੋਸ਼ਲ ਮੀਡੀਆ ਦੇ ਵਾਵਾ ਠਾਈ ਜਾ ਰਹੀ ਹੈ ਕਿ ਐਕਸੀਡੈਂਟ ਹੋਇਆ, ਉਹਦਾ ਕਤਲ ਹੋਇਆ, ਕਿਵੇਂ ਦੇ? ਦੇਖੋ, ਇਹ ਸੋਸ਼ਲ ਮੀਡੀਆ ਵੀ ਬੜੀ ਕੁੱਤੀ ਚੀਜ਼ ਆ ਬਰਾੜ ਸਾਹਿਬ, ਆ ਜੇ ਸਹੀ ਕੋਈ ਬੰਦਾ ਇਹਦੇ ਕਾਬੂ। ਦੋਸਤੋ, ਹਲੇ 5 ਵੱਜਣ 'ਚ 20 ਮਿੰਟ ਬਾਕੀ ਨਹੀਂ, ਪਰ ਮੈਨੂੰ ਇਹ ਭਰੋਸਾ ਨਹੀਂ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਇਹ 20 ਮਿੰਟ ਆਉਣੇ ਨਹੀਂ ਆਣੇ। ਵੀਰ ਪ੍ਰਤਾਪ ਸਿੰਘ ਮੁਰਦਾਬਾਦ, मुर्दाबाद, मुर्दाबाद। ਕੱਲ ਸਵੇਰੇ ਉਹਨੇ ਸਾਡੇ ਖਿਲਾਫ ਸਟੋਰੀ ਕੀਤੀ ਤੇ ਦੁਪਹਿਰੇ ਉਸ ਤੇ ਹਮਲਾ ਹੋ ਗਿਆ। ਦੋ ਚੀਜ਼ਾਂ ਚਾਹੀਦੀਆਂ ਮੈਨੂੰ ਫੌਰਨ, ਇੱਕ ਗਰਮ ਗਰਮ ਚਾਹ ਤੇ ਦੂਜੀ ਠੰਡੀ ਪੈ ਚੁੱਕੀ ਸਹਿਜ ਸੁਸਾਈਡ ਕੇਸ ਵਾਲੀ ਫਾਈਲ। ਸੀਐਮ ਮੇਰੇ ਨਾਲ ਖੁੰਦਕ ਕੱਢਣ ਲਈ ਮੇਰੇ ਨਿਰਦੋਸ਼ ਭਤੀਜੇ ਨੂੰ ਰੇਪ ਤੇ ਮਰਡਰ ਵਰਗੇ ਕੇਸ 'ਚ ਫਸਾ ਰਿਹਾ। ਜੇ ਸਰਕਾਰ ਆਪਣੇ ਵਿਧਾਇਕਾਂ ਦੇ ਖਿਲਾਫ ਜਾਂਚ ਕਰੇਗੀ ਤਾਂ ਲੋਕਾਂ 'ਚ ਕੀ ਸੁਨੇਹਾ ਜਾਏਗਾ? ਇਹਦਾ ਮਤਲਬ ਤਾਂ ਇਹ ਹੋਇਆ ਕਿ ਆਪਣੀ ਸਰਕਾਰ ਬਚਾਉਣ ਲਈ ਅਸੀਂ ਆਪਣੇ ਦਾਗੀ ਐਮਐਲਏ ਨੂੰ ਬਚਾਈ ਜਾਵਾਂਗੇ। ਸਰਕਾਰਾਂ ਹੁੰਦੀਆਂ ਨਸ਼ਾ ਖਤਮ ਕਰਨ ਦੇ ਦਾਅਵੇ ਕਰਦੀਆਂ, ਆਪ ਖਤਮ ਹੋ ਜਾਂਦੀਆਂ, ਪਰ ਨਸ਼ਾ ਖਤਮ ਨਹੀਂ ਹੁੰਦਾ। ਰਾਜਨੀਤੀ ਦੇ ਸਮਾਮ ਦੇ ਵਿੱਚ ਆਪਾਂ ਸਾਰੇ ਨੰਗੇ ਹਾਂ, ਸੋ ਇੱਕ ਦੂਜੇ ਦੇ ਨੰਗੇਜ ਦਾ ਇਸ਼ਤਿਹਾਰ ਨਹੀਂ ਬਣਾਉਂਦੇ, ਸਗੋਂ ਉਹਨੂੰ ਪਰਦਾ ਪਾ ਕੇ ਢੱਕਦੇ ਹਾਂ। ਜੇ ਲੜਨਾ ਹੀ ਜਿਉਂਦੇ ਰਹਿਣ ਦਾ ਆਖਰੀ ਆਪਸ਼ਨ ਆ
ਤਾਂ ਅਸੀਂ ਲੜਾਂਗੇ। ਰਾਜਨੀਤੀ 'ਚ ਲੀਡਰ ਬਣਨਾ ਤਾਂ ਸੌਖਾ ਹੈ, ਪਰ ਬਣੇ ਰਹਿਣਾ ਬਹੁਤ ਔਖਾ। ਖਬਰਾਂ ਆ ਰਹੀਆਂ ਨੇ ਕਿ ਹਾਈ ਕਮਾਂਡ ਨੇ ਮੁੱਖ ਮੰਤਰੀ ਤੋਂ ਅਸਤੀਫਾ ਮੰਗ ਲਿਆ ਹੈ। ਅਸੀਂ ਸਰਕਾਰ ਡਿੱਗਣ ਦੇ ਬਿਲਕੁਲ ਪੱਖ 'ਚ ਨਹੀਂ। ਜੇ ਹਾਲਾਤ ਕਾਬੂ ਤੋਂ ਬਾਹਰ ਨੇ, ਸੀਐਮ ਤੋਂ ਸੰਭਲ ਨਹੀਂ ਰਿਹਾ ਸੂਬਾ। ਹੁਣ ਸੀਐਮ ਸਾਹਿਬ ਕੋਈ ਵੱਡਾ ਫੈਸਲਾ ਨਹੀਂ ਲੈਂਦੇ ਤਾਂ ਅਸੀਂ ਕੀ ਕਰ ਸਕਦੇ ਹਾਂ? ਨਹੀਂ, ਇੰਜੀਨੀਅਰ ਮੈਨੂੰ ਜ਼ਲੀਲ ਕਰਕੇ ਲਾ ਸਕਦੇ ਥੱਲੇ। ਹੁਣ ਤੁਹਾਨੂੰ ਸੀਐਮਸ਼ਿਪ ਤੋਂ ਹੀ ਨਹੀਂ, ਹੁਣ ਤਾਂ ਤੁਹਾਨੂੰ ਰਾਜਨੀਤੀ ਤੋਂ ਹੀ ਸੰਨਿਆਸ ਲੈ ਲੈਣਾ ਚਾਹੀਦਾ ਹੈ ਤੇ ਬਾਕੀ ਦੀ ਲਾਈਫ ਕਿਸੇ ਠੰਡੀ ਪਹਾੜੀ ਇਲਾਕੇ ਦੇ ਵਿੱਚ ਗੁਜ਼ਾਰਨੀ ਚਾਹੀਦੀ ਹੈ। ਸਾਡੇ ਕੋਲ ਹਾਰਨ ਲਈ ਕੁਝ ਵੀ ਨਹੀਂ, ਪਰ ਜਿੱਤਣ ਲਈ ਸਾਡੇ ਕੋਲ ਪੂਰਾ ਪੰਜਾਬ ਆ। ਇਹਨੂੰ ਖਤਮ ਨਹੀਂ ਕਰਨਾ, ਬੁਰੀ ਤਰ੍ਹਾਂ ਖਤਮ ਕਰਨਾ ਹੈ। ਲੋਕ ਰਾਜਨੀਤੀ ਚਾਹੁੰਦੇ ਨੇ ਲੋਕਾਂ ਦਾ ਭਲਾ ਕਰਨ ਲਈ, ਪਰ ਕੋਈ ਕਿਸੇ ਬਾਰੇ ਨਹੀਂ ਸੋਚਦਾ। ਬਸ ਮੇਰਾ ਬਣ ਜੇ ਜੋ ਬਣਨਾ, ਬਾਕੀ ਜਾਨ ਟੱਠੇ ਖੂਹ ਵਿੱਚ। ਵੈਸੇ ਤਾਂ ਇਸ ਬਾਰੇ ਬੋਲਣਾ ਕੋਈ, ਕਿਉਂਕਿ ਤੁਸੀਂ ਵੀ ਜਾਣਦੇ ਹੋ ਕਿ ਏਜੰਸੀਆਂ ਦਾ ਕੰਮ ਆ, ਪਰ ਕਿਤੇ ਨਾ ਕਿਤੇ ਜਿਹੜੇ ਐਕਸੀਡੈਂਟ ਨੂੰ ਵੇਖੀਏ ਤਾਂ ਲੱਗਦੀ ਸਾਜ਼ਿਸ਼ ਆ। ਤੁਸੀਂ ਵੀ ਸਮਝਦਾਰ ਹੋ ਕਿ ਡਰਾਈਵਰ ਸੀਟ ਵੱਜੀ ਹੋਵੇ ਤੇ ਡਰਾਈਵਰ ਵਾਲੀ ਬਾਰੀ ਵੀ ਖਤਮ ਹੋ ਜੇ ਤੇ ਉਸ ਵੀਰ ਦੇ ਸਰੀਰ ਤੇ ਖਰੋਚ ਤੱਕ ਨਾ ਆਵੇ, ਸਿਰਫ ਉਸ ਵੀਰ ਦੇ ਮੱਥੇ ਦੇ ਵਿੱਚ ਡੂੰਘੀ ਸੱਟ ਆ। ਅਸੀਂ ਵੀ ਜੋ ਦੇਖਿਆ ਉਹਦੇ ਮੱਥੇ ਦੇ ਵਿੱਚ ਡੂੰਘੀ ਸੱਟ ਆ, ਬਾਕੀ ਉਹਦੇ ਸਰੀਰ ਤੇ ਕਿਤੇ ਵੀ ਚੋਟ ਨਹੀਂ ਆ। ਜਿਹੜੀਆਂ ਫੋਟੋਆਂ ਵੀ ਦੇਖਣ ਨੂੰ ਮਿਲੀਆਂ ਕਿ ਉਹ ਜਦੋਂ ਗੱਡੀ ਦੇ ਵਿੱਚ ਦੀਆਂ ਆਈਆਂ ਨੇ, ਇੱਕ ਸਾਈਡ ਤੋਂ ਪਿਆ ਵੀਰ ਉੱਪਰ, ਲੱਤਾਂ ਬਾਹਰ ਨੇ। ਪਰ ਕੀ ਇਦਾਂ ਹੋ ਸਕਦਾ ਕਿ ਡਰਾਈਵਰ ਸਾਈਡ ਵੱਜੀ ਹੋਵੇ? ਮੈਂ ਇੱਕ ਤੁਹਾਨੂੰ ਦੱਸ ਦਾਂ ਕਿ 2 ਦਿਨ ਬਾਅਦ ਇੱਕ ਸਵਿਫਟ ਗੱਡੀ ਦਾ ਐਕਸੀਡੈਂਟ ਹੋਇਆ ਉਸ ਤਰ੍ਹਾਂ ਹੀ, ਉਹ ਵੀ ਡਰਾਈਵਰ ਸੀਟ ਵੱਜੀ, ਉਹ ਵੀ ਵਿਚਾਰੇ ਵੀਰ ਮਾਰੇ ਗਏ ਨੇ ਐਕਸੀਡੈਂਟ 'ਚ। ਉਹ ਡਰਾਈਵਰ ਸੀਟ ਵੱਜੀ ਤੇ ਉਹ ਵੀਰ ਇੰਨਾ ਵਿੱਚ ਨੱਪਿਆ ਹੋਇਆ ਸੀਗਾ, ਉਹਦਾ ਸਿਰਫ ਚਿਹਰਾ ਨਜ਼ਰ ਆ ਰਿਹਾ ਸੀ। ਪਰ ਇਹ ਕਿੱਦਾਂ ਹੋ ਗਿਆ ਕਿ ਦੀਪ ਸਿੱਧੂ ਦਾ ਜੇ ਐਕਸੀਡੈਂਟ ਹੋਇਆ ਵਾ, ਇੰਨੀ ਜ਼ੋਰਦਾਰ ਟੱਕਰ ਹੋਵੇ ਤੇ ਦੀਪ ਸਿੱਧੂ ਸਾਈਡ ਤੇ ਪਿਆ ਹੋਵੇ? ਇੱਕ ਹੋ ਸਕਦਾ, ਕਦੀ ਖੁਦ ਤੁਸੀਂ ਸਿਆਣੇ ਹੋ, ਇਦਾਂ ਹੋ ਸਕਦਾ? ਇਹ ਕਿਤੇ ਨਾ ਕਿਤੇ ਬੜੀ ਵੱਡੀ ਸਾਜ਼ਿਸ਼ ਆ। ਬਾਕੀ ਇਹ ਤਾਂ ਚਾਹੀਦਾ ਕਿ ਇਨਕੁਆਇਰੀ ਹੋਵੇ, ਜੋ ਸੱਚ ਹੈ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਓ। 24 ਤਰੀਕ ਨੂੰ ਦੀਪ ਸਿੱਧੂ ਜੀ ਦਾ ਭੋਗ ਆ, ਤੁਸੀਂ ਸਾਰੇ ਜਾਓਗੇ? ਹਾਂਜੀ, ਕੋਸ਼ਿਸ਼ ਜ਼ਰੂਰ ਆ ਜੀ, ਵਾਹਿਗੁਰੂ ਨੇ ਕਿਰਪਾ ਕੀਤੀ, ਤਿਆਰੀ ਕਰ ਰਹੇ ਹਾਂ, ਜ਼ਰੂਰ ਜਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇੱਕ ਸ਼ੇਰ 2 ਆਏ ਆ ਉਸ ਵੀਰ ਦੇ, ਕਿ ਵੀਰ ਦੀਪ ਸਿੱਧੂ ਦੀ ਕੁਰਬਾਨੀ ਨੂੰ। ਕਹਿੰਦੇ ਕਿ ਪੂਜੀ ਛਾਣ ਜਾਂਦੀ ਸ਼ਾਹੀ ਤਖਤੀ ਉੱਤੇ, ਬੰਦੇ ਕੌਮ ਲਈ ਜਿਹੜੇ ਸ਼ਹੀਦ ਹੁੰਦੇ, ਉਹੀ ਪੀਰ ਪੈਗੰਬਰ ਔਲੀਆ ਬਣਦੇ। ਪਹਿਲਾਂ ਮਰਨ ਲਈ ਜਿਹੜੇ ਮਰੀਦ ਹੁੰਦੇ, ਜਿਹੜੇ ਪਹਿਲਾਂ ਮਰਨ ਕਬੂਲ ਕਰਦੇ ਨਾ, ਉਹਨਾਂ ਦੇ ਫਿਰ ਇਹ ਦਿਹਾੜੇ ਮਨਾਏ ਜਾਂਦੇ ਆ, ਉਹਨਾਂ ਦੇ ਇਹ ਇਕੱਠ ਹੁੰਦੇ ਆ, ਉਹਨਾਂ ਦੇ ਜਿੰਦਾਬਾਦ ਦੇ ਨਾਅਰੇ ਲੱਗਦੇ ਆ। ਕਹਿੰਦੇ ਹੁੰਦੇ ਕਦੀ ਮੁਹਤਾਜ ਨਹੀਂ ਉਹ ਦੀਵਿਆਂ ਦੇ, ਹਰ ਇੱਕ ਮੱਸਿਆ ਉਹਨਾਂ ਦੀ ਚਾਨਣੀ ਹੈ। ਜਿਹੜੀ ਕੌਮ ਦੇ ਅਣਖੀ ਪਤੰਗਿਆਂ ਨੇ ਛੇਜ ਸ਼ਮਾਂ ਦੀ ਲਾਟ ਤੇ ਮਾਨਣੀ ਹੈ। ਇਹ ਉਹ ਵੀਰ ਦੀ ਵਡਿਆਈ ਆ ਜਿਹੜੇ ਅਸੀਂ, ਮੈਂ ਇੱਕ ਪ੍ਰਚਾਰਕ ਵੀ ਹਾਂ ਗੁਰੂ ਘਰ ਦਾ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਢਾਡੀ ਜਥਾ ਵੀ ਆਪਣਾ ਪ੍ਰਚਾਰ ਵੀ ਕਰਦੇ ਹਾਂ। ਪਰ ਮੈਂ ਕਹਿਣ ਤੋਂ ਸੰਕੋਚ ਨਹੀਂ ਕਰਾਂਗਾ ਕਿ ਅਸੀਂ ਵੀ ਜਿਹੜਾ ਪ੍ਰਚਾਰ ਕਰਦੇ ਹਾਂ ਉੱਥੇ ਪਹਿਰਾ ਨਹੀਂ ਦੇ ਸਕਦੇ। ਪਰ ਵੀਰ ਦੀਪ ਸਿੱਧੂ ਉਹ ਉਸ ਗੱਲਾਂ ਤੇ ਬਚਨਾਂ ਦੇ ਉੱਤੇ ਪਹਿਰਾ ਦੇ ਕੇ ਗਿਆ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਬਚਨਾਂ ਤੇ ਪਹਿਰਾ ਦਿੱਤਾ। ਉਹਨੇ ਖਾਲਸੇ ਦੇ ਜਿਹੜਾ ਸਿੰਧਾਤ ਆ ਉਸ ਸਿੰਧਾਤ ਤੇ ਪਹਿਰਾ ਦਿੱਤਾ। ਇੱਕ ਬੇਨਤੀ ਹੋਰ ਕਰਨੀ ਸੀ, ਕਿਉਂਕਿ ਸਾਡੀ ਕੌਮ ਦੇ ਆਗੂ ਵੀ ਜਿਹੜੇ ਸਾਡੀ ਕੌਮ ਦੇ ਆਗੂ ਵੀ ਨਹੀਂ, ਬੇਸ਼ੱਕ ਠੀਕ ਹੈ, ਇਹਨੂੰ ਤਰਕ ਵਿੱਚ ਨਾ ਲੈ ਕੇ ਜਾਇਓ। ਆ ਮੀਟਿੰਗ ਹੋਈ ਸਾਡੇ ਆਗੂਆਂ ਦੀ ਆਪਣੇ ਪ੍ਰਧਾਨ ਮੰਤਰੀ ਦੇ ਨਾਲ, ਕੀ ਇਹ ਸਵਾਲ ਨਹੀਂ ਉਠਾ ਸਕਦੀ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦਾ? ਜੇ ਸੌਦੇ ਵਾਲਾ ਸਾਧ ਬਾਹਰ ਆ ਸਕਦਾ ਪਰੋਲ ਤੇ, ਕੁਝ ਸਾਲ ਪਹਿਲਾਂ ਗਿਆ ਹੋਇਆ, ਤੇ ਕੀ ਜਿਹੜੇ ਸਾਡੇ ਬੰਦੀ ਸਿੰਘ ਨੇ ਜਿਨ੍ਹਾਂ ਨੂੰ 35 36 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ, ਕਿ ਉਹਨਾਂ ਨੂੰ 1 ਮਹੀਨੇ ਦੀ ਪਰੋਲ ਨਹੀਂ ਮਿਲ ਸਕਦੀ? ਮਸਲੇ ਬਹੁਤ ਨੇ। ਉਹ ਸਾਰੇ ਮਸਲਿਆਂ ਤੇ ਗੱਲ ਕਰਦਾ ਹੋਇਆ ਉਹ ਵੀਰ, ਇਹ ਸਾਡਾ ਦਿਖਾਂਤ ਹੈ ਕਿ ਅਸੀਂ ਉਹਦੇ ਨਾਲ ਨਹੀਂ ਖੜੇ, ਪਰ ਉਹ ਦੀਪਕ ਉਹ ਜਗਦਾ ਰਹੇਗਾ। ਕੋਸ਼ਿਸ਼ ਕਰਾਂਗੇ ਕਿ ਉਸ ਵੀਰ ਦੀ ਸੋਚ ਨੂੰ ਜਿਉਂਦੇ ਰੱਖ ਸਕੀਏ ਜੀ। ਹਾਂਜੀ, ਕੀ ਨਾਂ ਜੀ? ਮੇਰਾ ਨਾਮ ਜੀ ਬਲਜੀਤ ਸਿੰਘ। ਹਾਂਜੀ, ਅੱਜ ਤੁਹਾਡੇ ਲੋਕ ਮਾਰਚ ਕੱਢਿਆ ਦੀਪ ਸਿੱਧੂ ਨੂੰ ਲੈ ਕੇ, ਕੀ ਕਹਿਣਾ ਚਾਹੁੰਦੇ? ਦੀਪ ਸਿੱਧੂ ਨੂੰ ਦੇਖੋ ਜੀ, ਅਸੀਂ ਜਿਹੜਾ ਵੀ ਬੰਦਾ ਸੰਤ ਜਿੰਨਾ ਪਿੰਡਾਂ ਵਾਲੀ ਸੋਚ ਤੇ ਚੱਲਦਾ ਆ, ਆਪਾਂ ਉਹਦੇ ਨਾਲ ਖੜੇ ਆ। ਤੇ ਦੀਪ ਸਿੰਘ ਸਿੱਧੂ ਸੰਤ ਜਿੰਨਾ ਪਿੰਡਾਂ ਵਾਲਿਆਂ ਦੀ ਸੋਚ ਰੱਖਦਾ ਸੀ, ਉਹਨਾਂ ਦੇ ਮਕੀ ਲਕਸ਼ੇ ਕਦਮ ਉੱਤੇ ਚੱਲਦਾ ਸੀ, ਤੇ ਅਸੀਂ ਵੀ ਉਸੇ ਲਕਸ਼ੇ ਕਦਮ ਉੱਤੇ ਚੱਲਦੇ ਆ। ਨੌਜਵਾਨਾਂ ਨੂੰ ਕਿੰਨੀ ਘਾਟ ਹੋਈ ਦੀਪ ਸਿੱਧੂ ਦੇ ਜਾਣ ਨਾਲ? ਘਾਟ ਤੇ ਦੇਖੋ ਜੀ, ਜਿਹੜਾ ਦੀਪ ਹੁੰਦਾ ਨਾ, ਦੀਪ ਨੂੰ ਦੀਪ ਜਦੋਂ ਰੋਸ਼ਨ ਹੁੰਦਾ ਨਾ, ਉਹਨੂੰ ਜਲਣਾ ਪੈਂਦਾ ਪਹਿਲੋਂ। ਤੇ ਸਾਡਾ ਕੌਮ ਦਾ ਹੀਰਾ ਜਿਹੜਾ ਅੱਜ ਆਪ ਤੇ ਜਲ ਗਿਆ, ਪਰ ਲੱਖਾਂ ਨੂੰ ਰੋਸ਼ਨ ਕੀਤਾ ਉਹਨੇ।
1 ਸਾਲ ਕਿਸਾਨਾਂ ਨਾਲ ਵੀ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ, ਕਿਵੇਂ ਦੇਖਦੇ? ਦੇਖੋ ਜੀ, ਜਿਹੜਾ ਕਿਸਾਨਾਂ ਦਾ ਮੋਰਚਾ ਹੈਗਾ ਸੀ ਉਹਦੇ ਨਾਲ ਤੇ ਸਾਡੀ ਪੂਰੀ ਹਮਾਇਤ ਹੈਗੀ ਸੀ, ਠੀਕ ਹੈ। ਪਰ ਕੁਝ ਜਥੇਬੰਦੀਆਂ ਨੇ ਜਿਹੜਾ ਦੀਪ ਦੇ ਨਾਲ ਕੀਤਾ ਆ, ਉਹਨੂੰ ਗਦਾਰ ਦੇ ਸਰਟੀਫਿਕੇਟ ਵੰਡੇ ਸੀ। ਆਪਾਂ ਉਹਨਾਂ ਸਹਿਮਤੀ ਹੈਗੇ। 24 ਤਰੀਕ ਨੂੰ ਉਹਨਾਂ ਦਾ ਭੋਗ ਆ, ਤੁਸੀਂ ਜਾਓਗੇ ਸਾਰੇ ਇਕੱਠੇ? ਹਾਂਜੀ, ਆਪਾਂ ਜ਼ਰੂਰ, ਆਪਾਂ ਜਿੰਨੇ ਵੀ ਤੁਹਾਡੇ ਮਾਧਿਅਮ ਰਾਹੀਂ ਦੇਖਦੇ ਨੇ ਚੈਨਲ ਦੇ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਹਮ ਆ ਕੇ ਪਹੁੰਚੋ ਤੇ ਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕਰੋ। ਜਿਹੜਾ ਐਕਸੀਡੈਂਟ ਹੋਇਆ, ਲੱਗਦਾ ਕਿ ਇਹਦੇ ਪਿੱਛੇ ਸਿਆਸਤ ਆ ਕੋਈ? ਪੱਕੀ ਸਿਆਸਤ ਆ ਜੀ। ਜਿਹੜਾ ਬੰਦਾ ਸਾਡੇ ਪੰਜਾਬ ਦੀ ਗੱਲ ਕਰਦਾ ਹੈਗਾ, ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦਿਆ ਹੈਗਾ ਸੀ, ਸਾਡੇ ਲਈ ਉਹ ਜਾਨ ਵਾਰ ਗਿਆ। ਇਹ ਏਜੰਸੀਆਂ ਦਾ ਕੰਮ ਹੈਗਾ ਆ, ਪੱਕਾ 100% ਗਾਰੰਟੀ ਇਸ ਚੀਜ਼ ਦੀ। ਰਾਜਨੀਤੀ ਵੀ ਅਜੀਬ ਸ਼ੈ ਆ ਗੋਕਲਾਨੀ। ਸ਼ਤਰੰਜ ਦੀ ਖੇਡ ਵਾਂਗ ਇਹ ਉਦੋਂ ਤੱਕ ਹੀ ਸੋਹਣੀ ਲੱਗਦੀ ਆ ਜਦੋਂ ਤੱਕ ਪਿਆਦੇ ਆਪੋ ਆਪਣੇ ਖਾਨਿਆਂ 'ਚ ਖੜੇ ਆ। ਇੱਕ ਚਾਲ ਚੱਲਦਿਆਂ ਹੀ ਸਾਰੀ ਖੇਡ ਵਿਗੜ ਜਾਂਦੀ ਆ। ਮੋਰਿਆਂ ਨਾਲ ਪਿੜ ਜਾਂਦੇ ਆ, ਸਭ ਉਗੜ ਦੁਗੜ ਹੋ ਜਾਂਦਾ। ਬਸ ਚਾਲ ਚੱਲਣੀ ਆ। ਮੈਂ ਉਹੀ ਸੋਚ ਰਹੀ ਹਾਂ ਜੋ ਤੁਸੀਂ ਸੋਚ ਰਹੇ ਹੋ।